ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਅੱਜ ਦੇ ਪ੍ਰੋਗਰਾਮ ਖਬਰਸਾਰ ਵਿਸ਼ਲੇਸ਼ਣ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਪ ਜੀ ਦਾ। ਸਿਆਸਤ ਦੇ ਰੰਗ ਚੋਣਾਂ ਦੇ ਸੰਗ। ਅਕਸਰ ਹੀ ਚੋਣਾਂ ਵੇਲੇ ਸਿਆਸਤ ਕਈ ਰੰਗ ਵਿਖਾਉਣ ਲੱਗਦੀ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਵਜ੍ਹਾ ਸਿਆਸਤ ਜੋਬਨ ਉੱਤੇ ਹੈ। ਇਸ ਦਾ ਪੂਰਾ ਸਵਰੂਪ ਵਾਅਦਿਆਂ ਤੇ ਦਾਅਵਿਆਂ ਉੱਤੇ ਆਣ ਖੜਾ ਹੋਇਆ ਹੈ ਤੇ ਸਾਰੀਆਂ ਹੀ ਸਿਆਸੀ ਧਿਰਾਂ ਵੋਟਰਾਂ ਨਾਲ ਵੱਖ-ਵੱਖ ਤਰ੍ਹਾਂ ਦੇ ਵਾਅਦੇ ਤੇ ਦਾਅਵੇ ਕਰਦੀਆਂ ਨਹੀਂ ਥੱਕ ਰਹੀਆਂ ਤੇ ਸੁਭਾਵਿਕ ਹੀ ਹੈ ਕਿ ਜਨਤਾ ਵੀ ਸਿਆਸੀ ਧਿਰਾਂ ਦੇ ਵਾਅਦਿਆਂ ਤੇ ਦਾਅਵਿਆਂ ਉੱਤੇ ਨਿੱਠ ਬੈਠ ਕੇ ਵਿਸ਼ਲੇਸ਼ਣ ਕਰੇ। ਲਿਹਾਜ਼ਾ ਜਨਤਾ ਜਿੱਥੇ ਹੋਣ ਵਾਲੇ ਕੀਤੇ ਜਾ ਰਹੇ ਵਾਅਦਿਆਂ ਤੇ ਦਾਅਵਿਆਂ ਨੂੰ ਮੰਥਨ ਵਜੋਂ ਲੈ ਰਹੀ ਹੈ, ਉੱਥੇ ਨਾਲ ਹੀ 5 ਸਾਲ ਪਹਿਲਾਂ ਭਾਵ ਕਿ ਪਿਛਲੇ 2017 ਦੀ ਚੋਣ ਪਿੜ ਦੌਰਾਨ ਸਿਆਸੀ ਧਿਰਾਂ ਵੱਲੋਂ ਕੀਤੇ ਗਏ ਦਾਅਵਿਆਂ ਤੇ ਵਾਅਦਿਆਂ ਨੂੰ ਵੀ ਪਰਖ ਦੀ ਕਸਵੱਟੀ ਉੱਤੇ ਲੈ ਰਹੀ ਹੈ ਕਿ ਕਿਹੜੀ ਪਾਰਟੀ ਨੇ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਸਨ, ਦਾਅਵੇ ਕੀਤੇ ਸਨ ਤੇ ਉਹ ਹੁਣ ਅੱਜ ਦੀ ਤਰੀਕ ਭਾਵ ਕਿ 5 ਸਾਲਾਂ ਬਾਅਦ ਉਹ ਕਿੱਥੇ ਖੜੇ ਹਨ, ਕੀ ਉਹ ਸਿਰੇ ਲੱਗੇ ਹਨ ਜਾਂ ਨਹੀਂ। ਜਨਤਾ ਨੂੰ ਉਹਨਾਂ ਵਾਅਦਿਆਂ ਦਾਅਵਿਆਂ ਦਾ ਕੋਈ ਫਾਇਦਾ ਹੋਇਆ ਹੈ ਜਾਂ ਨਹੀਂ, ਜਾਂ ਜਨਤਾ ਸਿਆਸੀ ਧਿਰਾਂ ਵੱਲੋਂ ਠੱਗੀ ਮਹਿਸੂਸ ਕਰ ਰਹੀ ਹੈ। ਤੇ ਅਜਿਹੇ ਦੇ ਵਿੱਚ ਸੁਭਾਵਿਕ ਹੀ ਹੈ ਕਿ ਜਨਤਾ ਦਾ ਵਧੇਰੇ ਧਿਆਨ ਸੱਤਾ ਧਿਰ ਕਾਂਗਰਸ ਵੱਲ ਹੋਵੇ, ਕਿਉਂਕਿ ਕਾਂਗਰਸ ਦਾ ਇੱਕ ਵੱਡਾ ਵਾਅਦਾ ਜਿਹੜਾ ਕਿ ਹੁਣ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਅੱਜ ਦੀਆਂ ਮੀਡੀਆ ਸੁਰਖੀਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਉੱਭਰਿਆ ਹੋਇਆ ਹੈ ਕਿ ਕਿਸਾਨਾਂ ਨਾਲ ਪੂਰਨ ਖੇਤੀ ਕਰਜ਼ਾ ਮਾਫੀ ਉਹ ਹਾਲੇ ਤਾਈਂ ਸਿਰੇ ਨਹੀਂ ਚੜ੍ਹੀ, ਕਿਉਂਕਿ ਪਿਛਲੀ ਵਾਰ ਕਾਂਗਰਸ ਲੀਡਰਸ਼ਿਪ ਨੇ ਕਿਸਾਨਾਂ ਦਾ ਸਮੁੱਚਾ 90,000 ਕਰੋੜ ਰੁਪਏ ਦਾ ਕਰਜ਼ਾ, ਚਾਹੇ ਉਹ ਆੜ੍ਹਤੀਆਂ ਦਾ ਹੋਵੇ ਜਾਂ ਸਰਕਾਰੀ ਬੈਂਕਾਂ, ਪ੍ਰਾਈਵੇਟ ਬੈਂਕਾਂ ਜਾਂ ਹੋਰ ਸ਼ਾਹੂਕਾਰਾਂ ਦਾ, ਸਾਰਾ ਹੀ ਮਾਫ ਕਰਨ ਦਾ ਐਲਾਨ ਕੀਤਾ ਸੀ। ਉਹਦੇ ਉੱਤੇ ਲੀਕ ਫੇਰਨ ਦਾ ਕਿਸਾਨੀ ਨਾਲ ਵਾਅਦਾ ਕੀਤਾ ਸੀ। ਕਾਂਗਰਸ ਨੇ ਕਿਸਾਨੀ ਨੂੰ ਗੁਟਕਾ ਸਾਹਿਬ ਦਾ ਔਟ ਆਸਰਾ ਲੈ ਕੇ ਵਾਅਦਾ ਦਿੱਤਾ ਸੀ, ਭਰੋਸਾ ਦਿੱਤਾ ਸੀ ਕਿ ਜਿਹੜਾ ਇਹ 90,000 ਕਰੋੜ ਰੁਪਏ ਦਾ ਕਿਸਾਨੀ ਸਿਰ ਕਰਜ਼ਾ ਚੜ੍ਹਿਆ ਹੋਇਆ ਹੈ, ਉਸ ਉੱਤੇ ਸੱਤਾ ਆਉਣ ਮਗਰੋਂ ਪੂਰਨ ਵੱਡੇ ਪੱਧਰ ਉੱਤੇ ਮਾਮਲੇ ਨੂੰ ਨਜਿੱਠਿਆ ਜਾਏਗਾ ਤੇ ਸਾਰੇ ਕਰਜ਼ੇ ਉੱਤੇ ਲੀਕ ਫੇਰ ਦਿੱਤੀ ਜਾਏਗੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਕਾਂਗਰਸ ਬੁਰੀ ਤਰ੍ਹਾਂ ਘਿਰੀ ਹੋਈ ਪ੍ਰਤੀਤ ਹੋ ਰਹੀ ਹੈ। ਸਰਕਾਰ ਦੀ ਤਿਜੋਰੀ ਦੇ ਵਿੱਚ ਉਹਨਾਂ ਦਮ ਨਾ ਹੋਣ ਦੀ ਵਜ੍ਹਾ ਤੇ ਕਾਂਗਰਸ ਵੱਲੋਂ ਸਿਰਫ 4600 ਕਰੋੜ ਰੁਪਏ ਤੱਕ ਹੀ ਕਰਜ਼ਾ ਮਾਫੀ ਵਾਲਾ ਵਾਅਦਾ ਨਿਭਾਇਆ ਜਾ ਸਕਿਆ ਹੈ ਤੇ ਅਜਿਹੇ ਦੇ ਵਿੱਚ ਕਿਸਾਨੀ ਦਾ ਵੱਡਾ ਹਿੱਸਾ ਅਜਿਹੇ ਵਾਅਦੇ ਅਜਿਹੇ ਦਾਅਵੇ ਨੂੰ ਹੁਣ ਨਿੱਠ ਬੈਠ ਕੇ ਕਾਂਗਰਸ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਰਿਹਾ ਹੈ। ਵੱਡੀ ਗੱਲ ਕਾਂਗਰਸ ਦੀ ਪ੍ਰਦੇਸ਼ ਇਕਾਈ ਹੀ ਨਹੀਂ ਬਲਕਿ ਕੌਮੀ ਲੀਡਰਸ਼ਿਪ ਨੇ ਵੀ ਕਿਸਾਨਾਂ ਦਾ ਪੂਰਨ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ ਤੇ ਬਕਾਇਦਾ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਸ ਵਾਅਦੇ ਨੂੰ ਅੰਕਿਤ ਕੀਤਾ ਸੀ। ਹੁਣ ਇਸ ਵਾਅਦੇ ਦੇ ਵਿੱਚ ਦਾਅਵੇ ਦੇ ਵਿੱਚ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ ਤੇ ਆਖਰ ਕਾਂਗਰਸ ਨੂੰ ਇਸ ਮਾਮਲੇ ਦੇ ਵਿੱਚ ਹਾਲੇ ਭਾਵੇਂ ਕੋਈ ਹੋਰ ਦਾ ਪੇਚ ਤਾਂ ਨਹੀਂ ਸੁਝਿਆ, ਪਰੰਤੂ ਲੰਘੇ ਕੱਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਉੱਤੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਹੱਲ ਕਰਨ ਦਾ ਮਾਮਲਾ ਉਠਾਇਆ ਹੈ। ਭਾਵ ਕਿ ਕਰਜ਼ੇ ਮਾਫੀ ਦਾ ਜਿਹੜਾ ਗੇਂਦ ਸੀ ਉਹ ਪੰਜਾਬ ਸਰਕਾਰ ਨੇ, ਕਾਂਗਰਸ ਸਰਕਾਰ ਨੇ ਕੇਂਦਰ ਦੇ ਪਾਲੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ
ਕਾਂਗਰਸ ਦਾ ਇਹ ਆਪਣਾ ਵਾਅਦਾ ਸੀ। ਉਸ ਵੇਲੇ ਵੀ ਸਰਕਾਰ ਕੇਂਦਰ ਦੇ ਵਿੱਚ ਭਾਜਪਾ NDA ਦੀ ਸੀ ਤੇ ਹੁਣ ਵੀ ਕੇਂਦਰ ਦੇ ਵਿੱਚ NDA ਭਾਜਪਾ ਦੀ ਸਰਕਾਰ ਹੈ। ਤੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਇਹ ਅਕਸਰ ਹੀ ਹੁੰਦਾ ਹੈ ਕਿ ਵਿਰੋਧੀ ਧਿਰ ਦੀ ਮੰਗ ਨੂੰ ਚੋਣਾਂ ਵੇਲੇ ਹੋਰ ਘਸੀਟਿਆ ਜਾਂਦਾ ਹੈ ਤੇ ਜੇਕਰ ਉਹ ਵਿਰੋਧੀ ਧਿਰ ਦਾ ਵਾਅਦਾ ਦਾਵਾ ਹਾਲੇ ਉੱਦਾਂ ਹੀ ਖੜਿਆ ਹੋਵੇ ਤਾਂ ਵਿਰੋਧੀ ਧਿਰ ਲਈ ਇੱਕ ਵੱਡਾ ਸਿਆਸੀ ਹਥਿਆਰ ਵੀ ਹੁੰਦਾ ਹੈ। ਇਸ ਮਾਮਲੇ ਦੇ ਵਿੱਚ ਭਾਜਪਾ ਕਿਵੇਂ ਇਹ ਕਾਂਗਰਸ ਦਾ ਜਿਹੜਾ ਵਾਅਦਾ ਦਾਵਾ ਹੈ ਉਸ ਨੂੰ ਨਿਭਾਉਣ ਦੇ ਵਿੱਚ ਮਦਦ ਕਰ ਸਕਦੀ ਹੈ। ਅਜਿਹਾ ਸਵਾਲ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਉੱਠਿਆ ਹੋਇਆ ਹੈ ਕਿ ਕਾਂਗਰਸ ਪੂਰਨ ਕਰਜ਼ਾ ਮਾਫੀ ਦੇ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਘਿਰੀ ਹੋਈ ਹੈ ਤੇ ਹੁਣ ਇਸ ਮਾਮਲੇ ਨੂੰ ਕੇਂਦਰ ਵੱਲ ਸੁੱਟ ਕੇ ਬਚਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਕਿਸਾਨ ਧਿਰਾਂ ਖਾਸ ਕਰਕੇ ਕਿਸਾਨ ਲੀਡਰਸ਼ਿਪ ਵੀ ਇਸ ਮਾਮਲੇ ਉੱਤੇ ਵਿਸ਼ਲੇਸ਼ਣ ਕਰਨ ਲੱਗੀ ਹੈ ਤੇ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਜੇ ਕਿਸਾਨ ਲੀਡਰਸ਼ਿਪ ਜਿਹੜੀ ਦਿੱਲੀ ਦੇ ਸੰਘਰਸ਼ ਵਿੱਚ ਹੁਣ ਤੱਕ ਮਸਰੂਫ ਸੀ, ਜੇਕਰ ਦਿੱਲੀ ਦੇ ਸੰਘਰਸ਼ 'ਚੋਂ ਉਹ ਵਿਹਲੀ ਹੁੰਦੀ ਹੈ ਤਾਂ ਉਹ ਉਸ ਦਾ ਅਗਲੀ ਸਿੱਧੀ ਲੜਾਈ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਹੋਵੇਗੀ, ਕਿਉਂਕਿ ਜੇਕਰ ਕਾਂਗਰਸ ਨੇ ਪੂਰਨ ਕਰਜ਼ਾ ਮਾਫੀ ਦਾ ਵਾਅਦਾ ਸਿਰੇ ਨਾ ਚਾੜਿਆ ਤਾਂ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਮੰਨਿਆ ਜਾ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਕਾਂਗਰਸ ਜਿਹੜੀ ਕਿ ਹੁਣ ਸੱਤਾ ਦੇ ਵਿੱਚ ਹੈ ਕਈ ਤਰ੍ਹਾਂ ਦੇ ਸਿਆਸੀ ਹੱਥਕੰਡੇ ਅਪਣਾ ਸਕਦੀ ਹੈ। ਜਿਵੇਂ ਕਾਂਗਰਸ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਇਹ ਮਾਮਲਾ ਕੇਂਦਰ ਦੇ ਪਾਲੇ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ ਹੈ, ਉਸੇ ਤਰ੍ਹਾਂ ਇਸ ਮਾਮਲੇ ਨੂੰ ਕਈ ਤਰ੍ਹਾਂ ਦੇ ਹੋਰ ਵੀ ਰੰਗ ਦੇ ਸਕਦੀ ਹੈ, ਕਿਉਂਕਿ ਸਿਆਸਤ ਦੇ ਰੰਗ ਚੋਣਾਂ ਦੇ ਸੰਗ ਭਾਵ ਕਿ ਚੋਣਾਂ ਵੇਲੇ ਕਈ ਤਰ੍ਹਾਂ ਦੇ ਸਿਆਸਤ ਦੇ ਰੰਗ ਉੱਭਰਦੇ ਨੇ ਤੇ ਕਾਂਗਰਸ ਅਜਿਹੇ ਮਾਹੌਲ ਦੇ ਵਿੱਚ ਹਰ ਹਰਬਾ ਵਰਤ ਰਹੀ ਹੈ ਜਾਂ ਵਰਤ ਸਕਦੀ ਹੈ। ਚਿੰਤਕ ਕਹਿ ਰਹੇ ਹਨ ਕਿ ਕਾਂਗਰਸ ਲਈ ਕਿਸਾਨੀ ਕਰਜ਼ਾ ਮਾਫੀ ਦਾ ਜਿਹੜਾ ਵਾਅਦਾ ਹੈ ਉਹ ਇੱਕ ਵੱਡਾ ਮੁੱਦਾ ਹੈ ਤੇ ਕਾਂਗਰਸ ਨੂੰ ਇਸ ਮੁੱਦੇ 'ਚੋਂ ਬਾਹਰ ਨਿਕਲਣਾ ਅਤੀ ਔਖਾ ਹੈ, ਕਿਉਂਕਿ ਰਾਜ ਸਰਕਾਰ ਪਹਿਲਾਂ ਹੀ ਵੱਡੇ ਵਿੱਤੀ ਬੋਝ ਹੇਠ ਹੈ ਤੇ ਸਰਕਾਰ ਕੋਲ ਸੂਬਾ ਸਰਕਾਰ ਕੋਲ ਅਜਿਹੀ ਵਿੱਤੀ ਗੁੰਜਾਇਸ਼ ਨਹੀਂ ਕਿ ਕਿਸਾਨਾਂ ਦਾ ਪੂਰਨ ਕਰਜ਼ਾ ਮਾਫ ਕੀਤਾ ਜਾ ਸਕੇ। ਚਿੰਤਕਾਂ ਜਾਂ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਸਟੇਟ ਕੋਲ ਇੰਨੀ ਫਾਈਨਾਂਸ ਕੈਪੈਸਿਟੀ ਹੈ ਹੀ ਨਹੀਂ ਤਾਂ ਕਾਂਗਰਸ ਨੇ ਅਜਿਹਾ ਵਾਅਦਾ ਕੀਤਾ ਹੀ ਕਿਉਂ। ਭਾਵੇਂ ਕਾਂਗਰਸ ਨੇ 5 ਸਾਲ ਪਹਿਲਾਂ ਇਹ ਵਾਅਦਾ ਦਮਗਜ ਦੇ ਨਾਲ ਕੀਤਾ ਸੀ ਤੇ ਉਹਦਾ ਕਾਂਗਰਸ ਨੂੰ ਵੱਡੇ ਪੱਧਰ ਉੱਤੇ ਸਿਆਸੀ ਲਾਹਾ ਵੀ ਮਿਲਿਆ, ਪਰੰਤੂ ਵੱਡੀ ਹੈਰਾਨੀ ਇਹ ਮੰਨੀ ਜਾ ਰਹੀ ਹੈ ਕਿ ਕਾਂਗਰਸ ਵੱਲੋਂ ਹੁਣ ਪਿਛਲੇ ਸਮੇਂ ਇੱਕ 18 ਨਿਕਾਤੀ ਪ੍ਰੋਗਰਾਮ ਉੱਤੇ ਕੰਮ ਕਰਨ ਦਾ ਇੱਕ ਏਜੰਡਾ ਲਿਆਂਦਾ ਗਿਆ ਸੀ, ਪਰੰਤੂ ਉਸ ਏਜੰਡੇ ਦੇ ਵਿੱਚ ਜਿਸ ਦੀ ਪੈਰਵੀ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰ ਰਹੇ ਸਨ, ਉਸ ਵਿੱਚ ਵੀ ਕਿਸਾਨੀ ਦੇ ਪੂਰਨ ਕਰਜ਼ੇ ਮਾਫੀ ਦਾ ਮੁੱਦਾ ਸ਼ਾਮਲ ਨਹੀਂ ਸੀ। ਤੇ ਵੱਡੀ ਤੇ ਇੱਕ ਹੈਰਾਨੀ ਵਾਲੀ ਹੋਰ ਵੀ ਗੱਲ ਚਿੰਤਕ ਸਮਝਦੇ ਹਨ ਕਿ ਜਿੱਥੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰ ਵੱਖ-ਵੱਖ ਮੁੱਦਿਆਂ ਉੱਤੇ ਜਿੱਥੇ ਵਿਰੋਧੀਆਂ ਨੂੰ ਘੇਰਦੇ ਨੇ, ਉੱਥੇ ਆਪਣੀ ਚੰਨੀ ਸਰਕਾਰ ਨੂੰ ਵੀ ਘੇਰਨ ਤੋਂ ਗੁਰੇਜ਼ ਨਹੀਂ ਕਰਦੇ, ਪਰੰਤੂ ਕਿਸਾਨੀ ਦੇ ਪੂਰਨ ਕਰਜ਼ਾ ਮਾਫੀ ਦੇ ਮੁੱਦੇ ਉੱਤੇ ਨਵਜੋਤ ਸਿੰਘ ਸਿੱਧੂ ਵੀ ਚੁੱਪ ਹੀ ਵੱਟ ਜਾਂਦੇ ਹਨ। ਜੇ ਪਾਰਟੀ ਪ੍ਰਧਾਨ ਵੱਲੋਂ ਹਾਲੇ ਤੱਕ ਪਿਛਲੇ ਵਾਅਦੇ ਦਾਅਵੇ ਉੱਤੇ ਚੁੱਪ ਵੱਟ ਕੇ ਸਮਾਂ ਲੰਘਾਇਆ ਜਾ ਰਿਹਾ ਹੈ ਤਾਂ ਸਮਝਿਆ ਜਾਵੇ ਕਿ ਕਾਂਗਰਸ ਲਈ ਇਹ ਵਾਅਦਾ ਕਿੰਨਾ ਭਾਰੂ ਹੈ। ਦੱਸਦੇ ਨੇ ਕਿ ਕਾਂਗਰਸ ਨੇ ਅਜਿਹੇ ਵਾਅਦਿਆਂ ਦਾਅਵਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੁਣ ਕਲਾਕਾਰਾਂ ਦਾ ਸਹਾਰਾ ਲੈਣ ਦਾ ਇੱਕ ਨਵਾਂ ਰੂਪ ਸਾਹਮਣੇ ਲਿਆਂਦਾ ਹੈ ਤੇ ਅਜਿਹੇ ਮਾਮਲੇ ਦੇ ਵਿੱਚ ਉੱਘੇ ਕਲਾਕਾਰ ਸਿੱਧੂ ਮੂਸੇਵਾਲੇ ਨੂੰ ਵਿਧਾਨ ਸਭਾ ਦੀ ਕੋਈ ਸੀਟ
ਦੇਣ ਉੱਤੇ ਵਿਚਾਰ ਚੱਲ ਰਿਹਾ ਹੈ ਤੇ ਲੰਘੇ 2 ਦਿਨਾਂ ਤੋਂ ਇਹ ਮਾਮਲਾ ਪੰਜਾਬ ਦੇ ਸਿਆਸੀ ਤੇ ਕਲਾਕਾਰ ਗਲਿਆਰਾਂ ਦੇ ਵਿੱਚ ਵੱਡੇ ਪੱਧਰ ਉੱਤੇ ਭਖਿਆ ਹੋਇਆ ਹੈ ਤੇ ਦਾਲ ਵਿੱਚ ਕਾਲਾ ਉਸ ਵੇਲੇ ਸਾਹਮਣੇ ਆ ਰਿਹਾ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਵੱਲੋਂ ਅਜਿਹੇ ਉੱਭਰ ਰਹੇ ਮਾਮਲੇ ਉੱਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਜਾ ਰਿਹਾ। ਭਾਵੇਂ ਸਾਰੀਆਂ ਹੀ ਪਾਰਟੀਆਂ ਚੋਣਾਂ ਵੇਲੇ ਕਲਾਕਾਰਾਂ ਦਾ ਸਹਾਰਾ ਲੈਂਦੀਆਂ ਹਨ, ਪਰੰਤੂ ਕਾਂਗਰਸ ਉੱਤੇ ਇੱਕ ਵੱਡਾ ਦਬਾਅ ਹੈ ਕਿ ਉਹ ਖੇਤੀ ਪ੍ਰਧਾਨ ਸੂਬੇ ਦੇ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਉਪਜੇ ਮਾਮਲੇ ਵੱਲ ਬਾਕੀ ਗੱਲਾਂ ਛੱਡ ਕੇ ਪਹਿਲ ਦੇ ਆਧਾਰ ਤੇ ਧਿਆਨ ਦੇਵੇ। ਉਧਰ ਕਿਸਾਨੀ ਦੇ ਮਾਮਲੇ ਉੱਤੇ ਭਾਜਪਾ ਵੀ ਬੁਰੀ ਤਰ੍ਹਾਂ ਘਿਰ ਰਹੀ ਪ੍ਰਤੀਤ ਹੋ ਰਹੀ ਹੈ। ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ 3 ਖੇਤੀ ਕਾਨੂੰਨ ਵਾਪਸ ਲੈ ਲਏ ਹਨ, ਪਰੰਤੂ ਪਿਛਲੀਆਂ ਲੋਕ ਸਭਾ ਚੋਣਾਂ ਵੇਲੇ ਦੇਸ਼ ਦੇ ਕਿਸਾਨਾਂ ਨੂੰ ਭਾਜਪਾ ਨੇ 2022 ਦੇ ਵਿੱਚ ਫਸਲਾਂ ਦੇ ਭਾਅ ਦੁੱਗਣੇ ਹੋਣ ਦਾ ਇੱਕ ਵਾਅਦਾ ਕੀਤਾ ਸੀ ਤੇ 2022 ਚੜ੍ਹਨ 'ਚ ਹੁਣ ਸਿਰਫ 28-29 ਦਿਨ ਹੀ ਬਾਕੀ ਰਹਿ ਗਏ ਹਨ, ਪਰੰਤੂ ਹਾਲੇ ਤਾਈਂ ਫਸਲਾਂ ਦੇ ਭਾਅ ਉਸ ਸਪੀਡ ਨਾਲ ਵਧੇ ਹੋਏ ਪ੍ਰਤੀਤ ਨਹੀਂ ਹੋਏ ਕਿ ਜਿਹੜੇ ਅਗਲੇ ਸਾਲ ਉਹ ਦੁੱਗਣੇ ਹੋ ਸਕਣ। ਅਜਿਹੇ ਦੇ ਵਿੱਚ ਭਾਜਪਾ ਵੀ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੈ। ਜਿੱਥੇ ਵਿਧਾਨ ਸਭਾ ਚੋਣਾਂ ਦੇ ਪਿਛਲੇ 5 ਸਾਲਾਂ ਦੇ ਚੋਣ ਵਾਅਦੇ ਪਰਖੇ ਜਾ ਰਹੇ ਹਨ, ਉੱਥੇ ਨਾਲ ਹੀ ਭਾਜਪਾ ਦੇ 2.5-3 ਸਾਲ ਪਹਿਲਾਂ ਕੀਤੇ ਵਾਅਦੇ ਵੀ ਨਾਲ ਹੀ ਚਰਚਾ ਦਾ ਹਿੱਸਾ ਬਣੇ ਹੋਏ ਹਨ। ਸਿਆਸਤ ਦੇ ਰੰਗ ਚੋਣਾਂ ਦੇ ਸੰਗ ਦੇ ਇਸ ਐਪੀਸੋਡ ਦੇ ਵਿਸ਼ਲੇਸ਼ਣ ਨਾਲ ਆਪ ਜੀ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।